ਅੱਜ 300 फुट ਤੇ ਸਾਡੇ 83% ਟਿਊਬਵੈੱਲ 300 फुट ਤੇ ਨੇ ਔਰ ਬਾਕੀ ਦੇ ਅਗਰ ਤੁਸੀਂ ਦੇਖੋ ਤਾਂ 300 फुट ਨੂੰ 17% ਟਿਊਬਵੈੱਲ ਪਾਰ ਕਰ ਚੁੱਕੇ ਆ। ਸੋ ਕਹਿਣ ਦਾ ਮਤਲਬ ਹੈ ਕਿ ਅਗਲੇ 18 ਸਾਲਾਂ 'ਚ 20 ਸਾਲਾਂ 'ਚ 22 ਸਾਲਾਂ 'ਚ ਸਾਡਾ ਪਾਣੀ ਮੁੱਕ ਜਾਏ। ਕਿ ਜੇ ਅਸੀਂ ਪਾਣੀ ਬਾਰੇ ਪੰਜਾਬ ਦੇ ਨਾ ਸੋਚਿਆ, ਪੰਜਾਬ ਰੇਗਿਸਤਾਨ ਹੋ ਗਿਆ ਤੇ ਬਹੁਤ ਮਾੜਾ ਹਾਲ ਪੰਜਾਬ ਦਾ। ਇਹਦੇ ਵਿੱਚ ਇੱਕ ਸਵਾਲ ਇਹ ਵੀ ਆਉਂਦਾ ਕਿਉਂਕਿ ਇਸ ਤੋਂ ਪਹਿਲਾਂ ਚਲੋ ਅੱਜ ਮਾਨ ਸਰਕਾਰ ਹੈਗੀ ਆ, ਅੱਜ ਇਸ ਵਾਰ ਆਮ ਆਦਮੀ ਪਾਰਟੀ ਸਰਕਾਰ ਹੈ, ਇਸ ਤੋਂ ਪਹਿਲਾਂ 5 ਸਾਲ ਤੁਹਾਡੀ ਸਰਕਾਰ ਰਹੀ ਹੈ। ਤੀ ਹੇਠਲੇ ਪਾਣੀ ਦਾ ਮੁੱਦਾ ਉਦੋਂ ਵੀ ਚੱਕਿਆ ਜਾਂਦਾ ਸੀ, ਉਦੋਂ ਵੀ ਇਹ ਗੱਲਾਂ ਆਖੀ ਜਾਂਦੀਆਂ ਸੀਗੀਆਂ, ਪਰ ਉਦੋਂ ਕੋਈ ਸਟੈਪਸ ਨਹੀਂ ਚੱਕੇ ਗਏ ਤੇ ਅੱਜ ਫੇਰ ਇਹ ਡਿਮਾਂਡ ਕਿੱਦਾਂ? ਤੁਹਾਡਾ ਕੀ ਖਿਆਲ ਹੈ ਕਿ ਮੈਂ ਭਗਵੰਤ ਮਾਨ ਕੋ ਡਿਮਾਂਡ ਕਰ ਰਿਹਾ? ਤੁਹਾਨੂੰ ਇਹ ਗਲਤਫਹਿਮੀ ਕਿਉਂ ਆ? ਮੈਂ ਯਾਰ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਗੱਲ ਕਰ ਰਿਹਾ, ਇਹ ਭਾਰਤ ਸਰਕਾਰ ਤੋਂ ਮੰਗ ਕਰ ਰਿਹਾ। ਤੁਸੀਂ ਇਹ ਕਲੈਰਿਟੀ ਆਪਣੇ ਮਨ ਚੋਂ ਬਿਲਕੁਲ ਕਲੀਅਰ ਕਰ ਦਿਓ ਕਿ ਭਗਵੰਤ ਮਾਨ ਜਾਂ ਕੋਈ ਵੀ ਪੰਜਾਬ ਦੀ ਸਰਕਾਰ ਜਿਹੜੀ ਗੱਲ ਮੈਂ ਕਹਿ ਰਿਹਾ ਨਹੀਂ ਕਰ ਸਕਦੀ। ਭਗਵੰਤ ਮਾਨ ਤਾਂ ਲਗਾਤਾਰ ਗੱਲ ਕਰਦੇ ਆ ਰਹੇ ਨੇ, ਖਾਸ ਕਰਕੇ ਜਦੋਂ ਪਿੱਛੇ ਝੋਨੇ ਦਾ ਸੀਜ਼ਨ ਰਿਹਾ ਉਸ ਸਮੇਂ ਵੀ ਇਹ ਗੱਲ ਬੋਲਦੇ ਨਜ਼ਰ ਆਏ ਨੇ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਡੂੰਘਾ ਉਹਨੂੰ ਬਚਾਉਣਾ, ਸਿੱਧੀ ਬਿਜਾਈ ਕਰੋ। ਆਪਾਂ ਇਕੱਠੇ ਨਹੀਂ ਕੰਮ ਕੀਤਾ। ਕੋਵਿਡ ਦੌਰਾਨ ਹਸਪਤਾਲਾਂ 'ਚ ਗਏ, ਉਦੋਂ ਕੋਈ ਦੇਖਿਆ ਸੀ? ਮਾਸਕ ਲਾਏ ਬਗੈਰ ਹੀ ਰਹਿਣਾ ਚੱਲ ਜਾਂਦਾ ਹੁੰਦਾ ਸੀ। ਯਾਰ ਭੁੱਲ ਗਿਆ DSR ਤੇ ਕਿਹਨੇ ਕੰਮ ਕੀਤਾ ਸੀ? ਕਿਹਨੇ ਕੀਤਾ ਸੀ? ਰਾਣਾ ਗੁਰਜੀਤ ਸਿੰਘ ਨੇ ਕੀਤਾ ਸੀ। ਇਹ ਤਾਂ ਕਾਪੀ ਮਾਰੀ ਮੇਰੀ। ਔਰ ਤੁਸੀਂ ਉਹਨਾਂ ਦੀ ਜਿਹੜੀ ਐਡ ਦਿੱਤੀ ਹੈ ਨਾ ਭਗਵੰਤ ਮਾਨ ਸਾਹਿਬ ਨੇ, ਉਹ ਐਡ ਨੂੰ ਜਰਾ ਪਲੇ ਅਪ ਕਰਕੇ ਦੁਬਾਰਾ ਦੇਖੋ। ਮੈਂ ਉਹ ਬੰਦਾ ਜਿਹਨੇ ਖੇਤੀ ਕੀਤੀ ਆ, ਔਰ ਪੰਜਾਬ ਦੇ ਰਾਜਨੀਤਿਕ ਕਿੰਨੇ ਖੇਤੀ ਕੀਤੀ ਆ। ਕਹਿੰਦੇ ਟੇਬਲ ਤੇ ਬਿਠਾ ਕੇ ਬਹਿਸ ਕਰਾ ਲਿਓ। ਖੈਰ ਮੈਂ ਭਗਵੰਤ ਮਾਨ ਸਾਹਿਬ ਦੀ ਇੱਜ਼ਤ ਕਰਦਾ, ਲੇਕਿਨ ਤੁਸੀਂ ਮੈਨੂੰ ਇਹ ਪਾਠ ਨਾ ਪੜਾਓ ਕਿ ਭਗਵੰਤ ਮਾਨ ਸਾਹਿਬ ਨੇ ਆਹ ਕੀਤਾ ਤੇ ਉਹ ਕੀਤਾ। 6 ਮਹੀਨੇ DSR ਕਿੰਨਾ ਬਚਾਇਆ ਬਈ? ਟਾਰਗੇਟ ਲਾਓ ਤਾਂ ਸਹੀ, ਟਾਰਗੇਟ ਕੀ ਸੀ ਤੇ ਅਚੀਵਮੈਂਟ ਕੀ ਆ? 4-5 ਸਾਲ ਮੈਂ ਲਗਾਤਾਰ ਬੋਲਿਆ। ਮੇਰਾ ਫਾਈਨੈਂਸ ਮਿਨਿਸਟਰ ਹਰ ਬਜਟ 'ਚ ਕਹਿੰਦਾ ਸੀ ਰਾਣਾ ਗੁਰਜੀਤ ਸਿੰਘ ਰੋਸ਼ਨ ਦਿਮਾਗ ਨੇ ਪੈਸਾ ਪਿਓ ਦੇ ਪੁੱਤ ਨੇ ਨਹੀਂ ਦਿੱਤਾ, ਗੱਲਾਂ 'ਚ ਹੀ ਸਾਫ਼ ਪਾ। ਭਗਵੰਤ ਮਾਨ ਸਾਹਿਬ 20 ਕਰੋੜ ਰੁਪਈਆ ਬੋਲ ਤਾਂ 15 ਜੀ ਸਾਰ ਦੂੰਗਾ। ਨੱਥੂ ਚਹਿਲ ਸਬ ਸਟੇਸ਼ਨ ਤੇ 18 ਕਰੋੜ ਰੁਪਈਆ ਲੱਗ ਜਾਏ, 20 ਕਰੋੜ ਲੱਗ ਜਾਏ, 15 ਲੱਗ ਜਾਏ, ਸਾਰੀਆਂ ਮੋਟਰਾਂ ਆਪਾਂ ਉੱਤੇ ਕਰ ਦਈਏ ਸੋਲਰ ਪੰਪ ਤੇ। ਜੇ ਉਹ ਫੇਲ ਹੋ ਜਾਵੇ ਤੇ ਰਾਣੇ ਤੋਂ ਪਹਿਲਾਂ 18 ਕਰੋੜ ਦਾ 20 ਕਰੋੜ ਦਾ ਚੈੱਕ ਲਾ ਲਓ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ। ਜੇਕਰ ਗੱਲ ਕੀਤੀ ਜਾਵੇ ਤਾਂ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਹੈ, ਜਿਸ ਨੂੰ ਲੈ ਕੇ ਲਗਾਤਾਰ ਜਿਹੜੇ ਹੁਣ ਸਿਆਸਤ ਦੀ ਗਰਮਾ ਰਹੀ ਹੈ। ਸਾਡੇ ਨਾਲ ਇਸ ਵਕਤ ਕਪੂਰਥਲੇ ਦੇ MLA ਰਾਣਾ ਗੁਰਜੀਤ ਸਿੰਘ ਮੌਜੂਦ ਨੇ, ਜੋ ਕੁਝ ਮੰਗਾਂ ਲੈ ਕੇ ਆਏ ਨੇ ਅਸੀਂ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਰਾਣਾ ਜੀ, ਕਿਸ ਤਰੀਕੇ ਦੀਆਂ ਮੰਗਾਂ ਲੈ ਕੇ ਤੁਸੀਂ ਨਰਿੰਦਰ ਮੋਦੀ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਸ ਵਕਤ ਪੰਜਾਬ ਫੇਰੀ ਤੇ ਆ ਰਹੇ ਨੇ, ਕੀ ਮੰਗਾਂ ਲੈ ਕੇ ਇਸ ਵਕਤ ਤੁਸੀਂ ਸਾਹਮਣੇ ਆਏ ਹੋ? ਅੱਜ ਦੇਖੋ ਜੀ, ਪ੍ਰਧਾਨ ਮੰਤਰੀ ਮੁਲਕ ਦਾ ਹੁੰਦਾ, ਮੇਰੇ ਮੁਲਕ ਦਾ ਮੇਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ 'ਚ ਆ ਰਹੇ ਆ। ਔਰ ਜਨਵਰੀ 'ਚ ਆਏ ਸੀਗੇ, ਉਦੋਂ ਉਹਨਾਂ ਨੇ ਉਦਘਾਟਨ ਕਰਨੇ ਸੀਗੇ ਜੀ, ਜਿਹੜੇ ਕਿਸੇ ਵਜ੍ਹਾ ਨਾਲ ਉਹ ਨਹੀਂ ਕਰ ਪਾਏ। ਚਲੋ ਦਿੱਲੀ ਪਹੁੰਚ ਕੇ ਵੀ ਉਹ ਉਹਨਾਂ ਨੂੰ ਕਰ ਸਕਦੇ ਸੀ, ਲੇਕਿਨ ਉਹ ਪ੍ਰੋਜੈਕਟ ਅੱਜ 6-6 7-7 ਮਹੀਨੇ ਹੋ ਗਏ ਡਿਲੇ ਹੋਇਆ ਨੂੰ। ਬਹੁਤ ਰੌਲਾ ਪਾਇਆ ਮੈਂ ਵਿਧਾਨ ਸਭਾ ਦੇ ਵਿੱਚ ਕਿ ਦੁਆਬੇ ਨਾਲ ਬੇਇਨਸਾਫੀ ਹੁੰਦੀ ਆ। ਸਾਡੇ ਕੋਲ ਮੈਡੀਕਲ ਕਾਲਜ ਨਹੀਂ, ਤੇ 2 ਮੈਡੀਕਲ ਕਾਲਜ ਭਾਰਤ ਸਰਕਾਰ ਨੇ ਜਿਹੜੇ ਦਿੱਤੇ, ਉਹ ਦੋਵੇਂ ਦੇ ਦੋਵੇਂ ਕਾਂਗਰਸ ਦੀ ਸਰਕਾਰ, ਉਹਨਾਂ ਨੇ ਇੱਕ ਪਹਿਲਾ ਕਪੂਰਥਲੇ ਨੂੰ ਦਿੱਤਾ, ਦੂਜਾ ਲੁਧਿਆਣੇ ਨੂੰ ਦਿੱਤਾ। ਔਰ ਇਨਫਰਾਸਟਰਕਚਰ ਦੇ ਬੜੇ ਪ੍ਰੋਜੈਕਟ ਸੀ ਜਿਨ੍ਹਾਂ ਦਾ ਉਦਘਾਟਨ ਹੋਣਾ ਸੀ, ਔਰ ਉਹ ਸਾਰੇ ਦਾ ਸਾਰਾ ਪਿਛਲੇ 6 ਮਹੀਨੇ ਤੋਂ ਪੈਂਡਿੰਗ ਪਿਆ 7 ਤੋਂ। ਔਰ ਮੈਂ ਸਮਝਦਾ 6 ਮਹੀਨੇ ਬਹੁਤ ਲੰਮਾ ਟਾਈਮ ਹੁੰਦਾ। ਔਰ ਮੈਂ ਖਾਲੀ ਉਹਨਾਂ ਪ੍ਰੋਜੈਕਟਸ ਔਰ ਉਹਨਾਂ ਦੀ ਗੱਲ ਨਹੀਂ ਕਰਨੀ ਚਾਹੁੰਦਾ। ਮੈਂ ਪ੍ਰਧਾਨ ਮੰਤਰੀ ਤੋਂ ਆਪਣੇ ਤੋਂ ਪੰਜਾਬ ਦੀ ਖੁਸ਼ਹਾਲੀ ਮੰਗਣਾ ਚਾਹੁੰਦਾ। ਵੇਖੋ, ਅਸੀਂ ਆਪਣੇ ਪ੍ਰਧਾਨ ਮੰਤਰੀ ਤੋਂ ਮੰਗ ਸਕਦੇ ਹਾਂ। ਪ੍ਰਧਾਨ ਮੰਤਰੀ ਸਭ ਦਾ ਸਾਂਝਾ ਹੁੰਦਾ। ਅਗਰ ਅੱਜ ਪੰਜਾਬ ਦੇ ਹਾਲਾਤ ਵੇਖੋ ਤਾਂ ਫਾਈਨੈਂਸ਼ੀਅਲ ਤੌਰ ਦੇ ਉੱਤੇ ਸਾਡਾ ਐਕਸਪੈਂਡੀਚਰ, ਸਾਡੀ ਰੈਵਨਿਊ ਕਲੈਕਸ਼ਨ,
ਇਹ ਮੈਚ ਨਹੀਂ ਕਰਦੀ। ਔਰ ਕਰਜ਼ੇ ਦਾ ਇੰਟਰਸਟ ਦੇਣ ਲਈ ਸਾਨੂੰ ਹੋਰ ਕਰਜ਼ਾ ਲੈਣਾ ਪੈਂਦਾ। ਦੂਸਰੀ ਮੇਜਰ ਪ੍ਰੋਬਲਮ ਸਾਡੀ ਅਨਐਮਪਲੋਇਮੈਂਟ ਆ, ਜਿਹਦੇ ਕਰਕੇ ਕ੍ਰਾਈਮ, ਡਰੱਗ, ਇਹ ਸਾਰੀਆਂ ਚੀਜ਼ਾਂ ਯੂਥ ਉਧਰ ਲੱਗ ਜਾਂਦਾ। ਔਰ ਕਿਸਾਨੀ ਦੀ ਗੱਲ ਕਰੀਏ, ਕਿਸਾਨ ਦੇ ਪੱਲੇ ਨਹੀਂ ਪੂਰੇ ਹੋ ਰਹੇ। ਔਰ ਕਿਸਾਨੀ ਦੀ ਜੇ ਫਿਊਚਰ ਦੀ ਗੱਲ ਕਰੀਏ ਕਿ ਅੱਜ ਤੋਂ 15 ਸਾਲ 20 ਸਾਲ ਬਾਅਦ ਕਿਸਾਨੀ ਦਾ ਕੀ ਹੋਏਗਾ, ਪੰਜਾਬ ਦਾ ਕੀ ਹੋਏਗਾ, ਤੇ ਬਹੁਤ ਧੁੰਦਲਾ ਜਿਹਾ ਮੈਨੂੰ ਪਿਕਚਰ ਨਜ਼ਰ ਆ ਰਹੀ ਹੈ। ਕਿਉਂ ਡੀਪਲੀਟਿੰਗ ਵਾਟਰ ਟੇਬਲ ਇੱਕ ਬਹੁਤ ਵੱਡੀ ਸਮੱਸਿਆ ਆ। ਪੰਜਾਬ 64.42 ਬਿਲੀਅਨ ਕਿਊਬਿਕ ਮੀਟਰ ਪਾਣੀ ਇਸਤੇਮਾਲ ਕਰਦਾ, ਖੇਤੀ ਲਈ, ਪੀਣ ਲਈ, ਇੰਡਸਟਰੀਅਲ ਯੂਜ਼ਸ ਲਈ। ਹੁਣ ਉਹਦੇ 'ਚੋਂ 27% ਮਤਲਬ 17 ਪੁਆਇੰਟ ਸਮਥਿੰਗ ਬਿਲੀਅਨ ਕਿਊਬਿਕ ਮੀਟਰ ਨਹਿਰ ਦੇ ਰਾਹੀਂ ਸਿੰਚਾਈ ਕਰੀਦੀ ਆ। ਕੁਛ ਉੱਪਰੋਂ ਮੀਂਹ ਦਾ ਪਾਣੀ ਪੈ ਜਾਂਦਾ, ਕੁਛ ਅਸੀਂ ਥੱਲਿਓਂ ਜਿਹੜਾ ਧਰਤੀ 'ਚੋਂ ਪਾਣੀ ਟਿਊਬਵੈੱਲਾਂ 14,50,000 ਦੇ ਕਰੀਬ ਟਿਊਬਵੈੱਲ ਨੇ। ਤੋ ਜਦੋਂ ਧਰਤੀ 'ਚੋਂ ਪਾਣੀ ਖਿੱਚੀਦਾ, ਕੁਛ ਉੱਪਰ ਜਿਹੜਾ ਪਾਣੀ ਆਪਾਂ ਜਿੰਨਾ ਵੀ ਪਾਣੀ 64 ਬਿਲੀਅਨ ਕਿਊਬਿਕ ਮੀਟਰ ਆ, ਇਹਦੇ ਵਿੱਚੋਂ ਰੀਚਾਰਜ ਕਰੀਬ 13 ਬਿਲੀਅਨ ਕਿਊਬਿਕ ਮੀਟਰ ਫਿਰ ਵਾਪਸ ਧਰਤੀ ਚਲ ਜਾਂਦਾ, ਬਾਕੀ ਦਾ ਉੜ ਜਾਂਦਾ, ਐਵੈਪਰੇਟ ਹੋ ਜਾਂਦਾ। ਸੋ ਪੰਜਾਬ ਨੂੰ ਕਰੀਬ 14.62 ਬਿਲੀਅਨ ਕਿਊਬਿਕ ਮੀਟਰ ਹਰ ਸਾਲ, 14 ਕਿਊਬਿਕ ਬਿਲੀਅਨ ਮੀਟਰ ਕਹਿ ਲਓ, ਪਾਣੀ ਅਸੀਂ ਐਕਸਟਰਾ ਧਰਤੀ ਤੋਂ ਖਿੱਚਦੇ ਹਾਂ। ਅਤੇ ਹਰ ਸਾਲ ਸਾਡਾ ਕਰੀਬ 1 ਮੀਟਰ ਪਾਣੀ ਥੱਲੇ ਜਾਂਦਾ, ਜੋ ਵੀ ਸਾਡਾ ਵਾਟਰ ਲੈਵਲ ਆ ਜੀ। ਅੱਜ 300 ਫੁੱਟ 'ਤੇ ਸਾਡੇ 83% ਟਿਊਬਵੈੱਲ 300 ਫੁੱਟ 'ਤੇ ਨੇ। ਔਰ ਬਾਕੀ ਦੇ ਅਗਰ ਤੁਸੀਂ ਦੇਖੋ ਤਾਂ 300 ਫੁੱਟ ਨੂੰ 17% ਟਿਊਬਵੈੱਲ ਪਾਰ ਕਰ ਚੁੱਕੇ ਆ। ਸੋ ਕਹਿਣ ਦਾ ਮਤਲਬ ਹੈ ਕਿ ਅਗਲੇ 18 ਸਾਲਾਂ 'ਚ, 20 ਸਾਲਾਂ 'ਚ, 22 ਸਾਲਾਂ 'ਚ ਸਾਡਾ ਪਾਣੀ ਮੁੱਕ ਜਾਣਾ। ਦੈਨ ਵਾਟ ਵਿਲ ਹੈਪਨ? ਪੰਜਾਬ ਰੇਗਿਸਤਾਨ ਬਣ ਜਾਏਗਾ। ਕਿ ਇੰਟਰਨੈਸ਼ਨਲ ਬਾਰਡਰ ਉਹ ਵੀ ਪਾਕਿਸਤਾਨ ਨਾਲ ਸਾਡਾ ਲੱਗਦਾ ਹੋਵੇ, ਅਤੇ ਇੱਕ ਖੁਸ਼ਹਾਲ ਧਰਤੀ ਜਿਹਨੇ ਸਾਰੇ ਪੰਜਾਬ ਨੂੰ ਅੰਨ ਦਿੱਤਾ ਹੋਵੇ, ਅਤੇ ਉਹ ਬੰਜਰ ਹੋ ਜਾਏ, ਰੇਗਿਸਤਾਨ ਹੋ ਜਾਏ। ਉਹ ਯੋਧੇ ਜਿਨ੍ਹਾਂ ਨੇ ਹਮੇਸ਼ਾ ਇਨਵੇਡਰਸ ਨੂੰ ਟੱਕਰਿਆ ਹੋਵੇ, ਦਲੇਰ ਹੋਣ, ਦੇਸ਼ ਭਗਤੀ ਦਾ ਜਜ਼ਬਾ ਹੋਵੇ, ਔਰ ਉਹਨਾਂ ਦੀ ਖੇਤੀਬਾੜੀ ਖਤਮ ਹੋ ਜਾਏ। ਕੀ ਹਿੰਦੁਸਤਾਨ ਅਫੋਰਡ ਕਰ ਸਕਦਾ ਕਿ ਪਾਕਿਸਤਾਨ ਦੇ ਲਾਗੇ? ਮੈਂ ਪ੍ਰੀ ਵਾਰਨ ਕਰ ਰਿਹਾ, ਪ੍ਰੀ ਵਾਰਨ, ਕਿ ਅੱਜ ਤੋਂ 20 ਸਾਲ 25 ਸਾਲ ਬਾਅਦ ਕੀ ਦ੍ਰਿਸ਼ ਹੋਏਗਾ ਜੇ ਅੱਜ ਅਸੀਂ ਸਟੈਪਸ ਨਹੀਂ ਲੈਂਦੇ। ਵੀਰੋ, ਮੈਂ ਪ੍ਰਧਾਨ ਮੰਤਰੀ ਜੀ ਨੂੰ ਕਹੂੰਗਾ ਕਿ ਸਾਡੇ ਬਾਰੇ ਸੋਚਣ। ਜਿੱਦਣ 15 ਕਿਲੋਮੀਟਰ ਬਾਰਡਰ ਦਾ ਏਰੀਆ ਜਿਹੜਾ ਸਿਕਿਉਰਿਟੀ ਫੋਰਸਿਸ ਦੇ, ਸੈਂਟਰਲ ਸਿਕਿਉਰਿਟੀ ਫੋਰਸਿਸ ਦੇ ਅੰਡਰ ਆ, ਉਹਨੂੰ 50 ਕੀਤਾ, 50 ਕਿਲੋਮੀਟਰ, ਅਤੇ ਆਲ ਪਾਰਟੀ ਮੀਟ ਹੋਈ। ਅਤੇ ਉਦੋਂ ਪਹਿਲਾਂ ਮੈਂ ਇੱਕ ਬਿਆਨ ਇਹੀ ਛੱਡਿਆ ਜਿਹੜਾ ਅੱਜ ਮੈਂ ਛੱਡਣ ਜਾ ਰਿਹਾ। ਅਤੇ ਸਾਡੇ ਮਾਨਯੋਗ ਮੁੱਖ ਮੰਤਰੀ ਉਸ ਵੇਲੇ ਦੇ ਕਹਿੰਦੇ, ਯਾਰ ਤੈਨੂੰ ਤਾਂ ਡਿਫੈਂਡ ਕਰਨਾ ਬੜਾ ਔਖਾ ਹੋ ਗਿਆ ਸਾਡੇ ਲਈ। ਮੈਂ ਕਿਹਾ ਡਿਫੈਂਡ ਕਰਨ ਦੀ ਕੀ ਲੋੜ ਸੀ? ਇਹਨੂੰ ਆਪਾਂ ਚੋਣ ਮਨੋਰਥ ਪੱਤਰ ਦੇ ਵਿੱਚ ਪਾਈਏ ਕਿ ਭਾਰਤ ਸਰਕਾਰ ਤੋਂ ਤੁਹਾਨੂੰ ਅਸੀਂ ਲੈ ਕੇ ਦਿਆਂਗੇ। ਮੈਂ ਕੀ ਚਾਹੁੰਦਾ, ਮੇਰੀ ਸੋਚ ਕੀ ਹੈ। 2009 'ਚ ਮੈਂ ਕੀ ਡਾਕਟਰ ਮਨਮੋਹਨ ਸਿੰਘ ਜੀ ਤੋਂ ਮੰਗਿਆ, ਫਿਰ ਮੋਦੀ ਸਾਹਿਬ ਨੂੰ ਮੈਂ ਕੀ ਚਿੱਠੀ ਲਿਖੀ। ਮੈਂ ਚਾਹੁੰਦਾ ਕਿ ਵੀ ਮੇਰਾ ਇਕੱਲਾ ਮੇਰੇ ਪੰਜਾਬ ਦਾ ਨਹੀਂ, ਬਲਕਿ ਜੰਮੂ ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਨੂੰ ਜੋ ਸਟੇਟਸ ਤੁਸੀਂ ਨਾਰਥ ਈਸਟਰਨ ਰੀਜਨ, ਜਿਹਨੂੰ ਡੋਨਰ ਵੀ ਕਹਿੰਦੇ, ਡਿਵੈਲਪਮੈਂਟ ਆਫ ਨਾਰਥ ਈਸਟਰਨ ਰੀਜਨ, 10% ਆਫ ਦੀ ਬਜਟ ਐਲੋਕੇਸ਼ਨ ਆਫ ਗਵਰਨਮੈਂਟ ਆਫ ਇੰਡੀਆ, ਉਹਨਾਂ ਦੇ ਹਰ ਸੈਕਟਰ ਦੇ ਵਿੱਚ ਖਰਚਿਆ ਜਾਂਦਾ। ਹਾਂਜੀ, ਉਹ ਸਾਡੇ ਬਾਰਡਰ ਜ਼ਿਲ੍ਹੇ 50 ਕਿਲੋਮੀਟਰ ਸਰਕਾਰ ਨੂੰ ਅਡੋਪਟ ਕਰਨਾ ਚਾਹੀਦਾ। ਉਹਦੀ ਸਾਰੀ ਡਿਵੈਲਪਮੈਂਟ ਦੇ ਖਰਚੇ ਉਹਨਾਂ ਨੂੰ ਕਰਨੇ ਚਾਹੀਦੇ ਆ। ਔਰ ਡੀਪਲੀਟਿੰਗ ਵਾਟਰ ਟੇਬਲ ਉਹਦੇ ਲਈ ਸਿਰਫ ਇੱਕ ਆਨਸਰ ਆ ਸਾਡੇ ਕੋਲ, ਅਦਰਵਾਈਜ਼ ਰੇਗਿਸਤਾਨ ਹੋਣਾ ਹੀ ਹੋਣਾ ਪੰਜਾਬ ਨੇ। ਜਦ ਤਾਈਂ ਡ੍ਰਿਪ ਇਰੀਗੇਸ਼ਨ ਰਾਹੀਂ ਅਸੀਂ ਖੇਤੀ ਨਹੀਂ ਕਰਦੇ, ਹੁਣ ਡ੍ਰਿਪ ਇਰੀਗੇਸ਼ਨ ਇੱਕ ਸਟੇਜ ਉੱਪਰ ਚਲੇ ਗਿਆ ਪਹਿਲਾਂ ਨਾਲੋਂ। ਹੁਣ ਉਹਨੂੰ ਐਨਰਜੀ ਦੀ ਲੋੜ ਨਹੀਂ, ਗ੍ਰੈਵਿਟੀ ਦੇ ਨਾਲ ਚੱਲਦਾ। ਅਤੇ ਉਹ ਡ੍ਰਿਪ ਇਰੀਗੇਸ਼ਨ ਲਾਈਏ ਜਿਹੜਾ 50
ਕਿਲੋਮੀਟਰ ਪੈਂਦਾ ਉਹ ਭਾਰਤ ਸਰਕਾਰ ਆਪਣੇ ਪੱਲਿਓਂ ਸਾਰਾ ਕੁਝ ਲਾ ਕੇ ਕਰੇ। ਔਰ ਬਾਕੀ ਦਿਆਂ ਲਈ ਸਾਡੇ ਲਈ ਨਬਾਰਡ ਤੋਂ ਕਿਸੇ ਹੋਰ ਬੈਂਕ ਤੋਂ ਸਾਨੂੰ ਫਾਈਨੈਂਸ ਟਾਈ ਅਪ ਕਰੇ। 90% ਸਬਸਿਡੀ ਆਮ ਸੂਬਿਆਂ ਨੂੰ, ਚਾਹੇ ਮਹਾਰਾਸ਼ਟਰ ਸੀ, ਚਾਹੇ ਆਪਣਾ ਗੁਜਰਾਤ ਆ ਜਾਂ ਆਪਣਾ ਆਂਧਰਾ ਪ੍ਰਦੇਸ਼ ਆ। ਆਂਧਰਾ ਪ੍ਰਦੇਸ਼ ਦੇ ਵਿੱਚ 85% ਜਿਹੜੀ ਕਲਟੀਵੇਬਲ ਧਰਤੀ ਆ ਉਹ ਡਰਿਪ ਨਾਲ ਸਿੰਜੀ ਜਾਂਦੀ ਆ। ਮਹਾਰਾਸ਼ਟਰ 'ਚ 50 ਨਾਲ ਸਿੰਜੀ ਜਾਂਦੀ ਆ। ਗੁਜਰਾਤ 'ਚ ਵੀ ਸ਼ਾਇਦ 35-40% ਆ। ਕਹਿਣ ਦਾ ਮੇਰਾ ਮਤਲਬ ਕਿ ਜੇ ਅਸੀਂ ਪਾਣੀ ਬਾਰੇ ਪੰਜਾਬ ਦੇ ਨਾ ਸੋਚਿਆ, ਪੰਜਾਬ ਰੇਗਿਸਤਾਨ ਹੋ ਗਿਆ ਤੇ ਬਹੁਤ ਮਾੜਾ ਹਾਲ ਪੰਜਾਬ ਦਾ। ਇਹਦੇ ਵਿੱਚ ਇੱਕ ਸਵਾਲ ਇਹ ਵੀ ਆਉਂਦਾ, ਕਿਉਂਕਿ ਇਸ ਤੋਂ ਪਹਿਲਾਂ ਚਲੋ ਅੱਜ ਮਾਨ ਸਰਕਾਰ ਹੈਗੀ ਆ, ਅੱਜ ਇਸ ਵਾਰ ਆਮ ਆਦਮੀ ਪਾਰਟੀ ਸਰਕਾਰ ਹੈ, ਇਸ ਤੋਂ ਪਹਿਲਾਂ 5 ਸਾਲ ਤੁਹਾਡੀ ਸਰਕਾਰ ਰਹੀ ਹੈ। ਪਾਣੀ ਦਾ ਮੁੱਦਾ ਉਦੋਂ ਵੀ ਚੱਕਿਆ ਜਾਂਦਾ ਸੀਗਾ, ਧਰਤੀ ਹੇਠਲੇ ਪਾਣੀ ਦਾ ਮੁੱਦਾ ਉਦੋਂ ਵੀ ਚੱਕਿਆ ਜਾਂਦਾ ਸੀ, ਉਦੋਂ ਵੀ ਇਹ ਗੱਲਾਂ ਆਖੀ ਜਾਂਦੀਆਂ ਸੀਗੀਆਂ, ਪਰ ਉਦੋਂ ਕੋਈ ਸਟੈਪਸ ਨਹੀਂ ਚੱਕੇ ਗਏ। ਤੇ ਅੱਜ ਫਿਰ ਇਹ ਡਿਮਾਂਡ ਕਿੱਦਾਂ? ਤੁਹਾਡਾ ਕੀ ਖਿਆਲ ਹੈ ਕਿ ਮੈਂ ਭਗਵੰਤ ਮਾਨ ਕੋ ਡਿਮਾਂਡ ਕਰ ਰਿਹਾ? ਤੁਹਾਨੂੰ ਇਹ ਗਲਤਫਹਿਮੀ ਕਿਉਂ ਆ? ਮੈਂ ਯਾਰ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਗੱਲ ਕਰ ਰਿਹਾ। ਇਹ ਭਾਰਤ ਸਰਕਾਰ ਤੋਂ ਮੰਗ ਕਰ ਰਿਹਾ। ਤੁਸੀਂ ਇਹ ਕਲੈਰਿਟੀ ਆਪਣੇ ਮਨ 'ਚੋਂ ਬਿਲਕੁਲ ਕਲੀਅਰ ਕਰ ਦਿਓ ਕਿ ਭਗਵੰਤ ਮਾਨ ਜਾਂ ਕੋਈ ਵੀ ਪੰਜਾਬ ਦੀ ਸਰਕਾਰ ਜਿਹੜੀ ਗੱਲ ਮੈਂ ਕਹਿ ਰਿਹਾ ਨਹੀਂ ਕਰ ਸਕਦੀ। ਇਹ ਭਾਰਤ ਸਰਕਾਰ ਤੋਂ ਮੰਗ ਸਾਨੂੰ ਕਰਨੀ ਚਾਹੀਦੀ ਆ। ਪਰ ਭਗਵੰਤ ਮਾਨ ਤਾਂ ਲਗਾਤਾਰ ਗੱਲ ਕਰਦੇ ਆ ਰਹੇ ਨੇ, ਖਾਸ ਕਰਕੇ ਜਦੋਂ ਪਿੱਛੇ ਝੋਨੇ ਦਾ ਸੀਜ਼ਨ ਰਿਹਾ ਉਸ ਸਮੇਂ ਵੀ ਇਹ ਗੱਲ ਬੋਲਦੇ ਨਜ਼ਰ ਆਏ ਨੇ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਡੂੰਘਾ ਉਹਨੂੰ ਬਚਾਉਣਾ, ਸਿੱਧੀ ਬਿਜਾਈ ਕਰੋ। ਹੋਰ ਕਈ ਜਿਹੜੇ ਵਿੱਚ ਇਹਨਾਂ ਨੇ ਨਵੇਂ ਤਰੀਕੇ ਦੱਸੇ, ਕ੍ਰੌਪ ਡਾਇਵਰਸਿਫਿਕੇਸ਼ਨ ਦੀ ਗੱਲ ਆਖੀ। ਕਦ ਤੋਂ ਜਾਣਦਾ ਰਾਣੇ ਨੂੰ? ਆਪਾਂ ਇਕੱਠੇ ਨਹੀਂ ਕੰਮ ਕੀਤਾ। ਕੋਵਿਡ ਦੌਰਾਨ ਹਸਪਤਾਲਾਂ 'ਚ ਗਏ ਜੀ, ਉਦੋਂ ਕੋਈ ਦੇਖਿਆ ਸੀ? ਮਾਸਕ ਲਾਏ ਬਗੈਰ ਹੀ ਰਹਿਣਾ ਚੱਲ ਜਾਂਦਾ ਹੁੰਦਾ ਸੀ। ਯਾਰ ਭੁੱਲ ਗਿਆ DSR ਤੇ ਕਿਹਨੇ ਕੰਮ ਕੀਤਾ ਸੀ? ਕਿਹਨੇ ਕੀਤਾ ਸੀ? ਰਾਣਾ ਗੁਰਜੀਤ ਸਿੰਘ ਨੇ ਕੀਤਾ ਸੀ। ਇਹ ਤਾਂ ਕਾਪੀ ਮਾਰੀ ਮੇਰੀ। ਔਰ ਤੁਸੀਂ ਉਹਨਾਂ ਦੀ ਜਿਹੜੀ ਐਡ ਦਿੱਤੀ ਹੈ ਨਾ ਭਗਵੰਤ ਮਾਨ ਸਾਹਿਬ ਨੇ, ਉਹ ਐਡ ਨੂੰ ਜਰਾ ਪਲੇ ਅਪ ਕਰਕੇ ਦੁਬਾਰਾ ਦੇਖਿਓ ਨਿਊਜ਼ 18 'ਚ। ਯਾਰ ਟੈਕਨੀਕਲੀ ਭਾਸ਼ਾ ਹੀ ਗਲਤ ਆ। ਖੇਤੀਬਾੜੀ ਨਹੀਂ, ਚਲੋ ਮੈਂ ਧਰਤੀ 'ਚ ਪਲਿਆ ਬੰਦਾ, ਖੇਤੀ ਹੱਥ ਨਾਲ ਕੀਤੀ ਆ। ਯਾਰ ਮੇਰੇ ਮੁਰਸ਼ੀ ਨੂੰ ਮੈਨੇਜਰ ਨੂੰ ਬੁਲਾਓ। ਮੈਂ ਖੇਤੀ ਆਪ ਕੀਤੀ ਆ। ਮੈਂ ਉਹ ਬੰਦਾ ਜਿਹਨੇ ਖੇਤੀ ਕੀਤੀ ਆ। ਔਰ ਪੰਜਾਬ ਦੇ ਰਾਜਨੀਤਿਕ ਕਿੰਨੇ ਖੇਤੀ ਕੀਤੀ ਆ। ਕਿਸੇ ਦਿਨ ਟੇਬਲ 'ਤੇ ਬਿਠਾ ਕੇ ਬਹਿਸ ਕਰਾ ਲਿਓ। ਖੈਰ ਮੈਂ ਭਗਵੰਤ ਮਾਨ ਸਾਹਿਬ ਦੀ ਇੱਜ਼ਤ ਕਰਦਾ, ਲੇਕਿਨ ਤੁਸੀਂ ਮੈਨੂੰ ਇਹ ਪਾਠ ਨਾ ਪੜ੍ਹਾਓ ਕਿ ਭਗਵੰਤ ਮਾਨ ਸਾਹਿਬ ਨੇ ਆਹ ਕੀਤਾ ਤੇ ਉਹ ਕੀਤਾ। 6 ਮਹੀਨੇ DSR ਕਿੰਨਾ ਬਚਾਇਆ ਬਈ? ਟਾਰਗੇਟ ਲਾਓ ਤਾਂ ਸਹੀ, ਟਾਰਗੇਟ ਕੀ ਸੀ ਤੇ ਅਚੀਵਮੈਂਟ ਕੀ ਆ? ਤਾਂ ਅਸੀਂ ਪਹਿਲੇ ਸਾਲ ਕਿੰਨਾ ਬਚਾਇਆ ਸੀ? ਸੋ ਕਹਿਣ ਦਾ ਮੇਰਾ ਮਤਲਬ ਆ, ਮੈਂ ਡ੍ਰਿਪ ਇਰੀਗੇਸ਼ਨ ਦੀ ਗੱਲ ਕਰਦਾ ਜਿਹੜੀ ਹਾਲੇ ਤੱਕ ਕਿਸੇ ਨੇ ਨਹੀਂ ਕੀਤੀ। ਮੈਂ ਪਾਣੀ ਦੇ ਥੱਲੇ ਜਾਂਦੇ ਸਤਰ ਦੀ ਗੱਲ ਕਰਨਾ ਚਾਹੁੰਦਾ ਜਿਹੜੀ ਆਮ ਲੋਕ ਨਹੀਂ ਕਰਦੇ। ਔਰ ਮੈਨੂੰ ਇਹ ਪਤਾ ਹੈ ਕਿ ਮੁੱਖ ਮੰਤਰੀ ਲੈਵਲ 'ਤੇ ਸੋਲਵ ਨਹੀਂ ਹੋ ਸਕਦੀ। ਯਾਰ ਉਹ ਤਨਖਾਹਾਂ ਦੇਣ ਨੂੰ ਤਾਂ ਪੈਸੇ ਹੈ ਨਹੀਂ ਪੰਜਾਬ ਕੋ। ਮੈਂ ਭਗਵੰਤ ਮਾਨ ਸਾਹਿਬ ਨੂੰ ਕਹਾਂ ਕਿ ਜੇ ਤੁਸੀਂ ਬਣਾਓ ਇੱਥੇ ਡ੍ਰਿਪ ਇਰੀਗੇਸ਼ਨ ਕਰ ਦਿਓ, ਤੁਸੀਂ ਉਹ ਕਰ ਦਿਓ। ਮੈਂ ਤਾਂ ਸੋਲਰ ਦੀ ਵੀ ਗੱਲ ਕਰਦਾ ਕਿ ਭਗਵੰਤ ਮਾਨ ਸਾਹਿਬ ਉਸ ਫੰਡ ਕਰਵਾ ਸਕਦੇ ਆ। ਚੰਨੀ ਸਾਹਿਬ ਕਰਵਾ ਸਕਦੇ ਸੀ, ਕੈਪਟਨ ਅਮਰਿੰਦਰ ਸਿੰਘ ਕਰਵਾ ਸਕਦੇ ਸੀ। ਨਹੀਂ, ਇਹ ਮੁੱਖ ਮੰਤਰੀ ਲੈਵਲ ਦੀਆਂ ਗੱਲਾਂ ਹੀ ਨਹੀਂ। ਗੱਲ ਹੈ ਪ੍ਰਧਾਨ ਮੰਤਰੀ ਲੈਵਲ ਦੀ ਮੈਂ ਕਰ ਰਿਹਾ। ਸੋ ਮੇਰੀ ਤਾਰ ਉੱਧਰ ਜੁੜਨ ਦਿਓ। ਤੁਸੀਂ ਮੈਨੂੰ ਐਵੇਂ ਡਾਇਵਰਟ ਨਾ ਕਰੋ। ਸੋ ਮੈਂ ਕੀ ਚਾਹੁੰਦਾ? ਮੈਂ ਚਾਹੁੰਦਾ ਕਿ ਬਈ ਮੇਰਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਮੇਰੇ ਕਿਸਾਨਾਂ ਬਾਰੇ ਸੋਚੇ। ਦੇਖੋ 2012 ਦੇ ਵਿੱਚ ਮੇਰੇ ਦਿਮਾਗ 'ਚ 11 'ਚ ਇੱਕ ਗੱਲ ਆਈ, ਸਰਕਾਰ ਨਹੀਂ ਆਈ, ਮੈਂ ਚੁੱਪ ਹੋ ਗਿਆ। 14 ਦੇ ਵਿੱਚ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਗਏ। ਮੋਦੀ ਸਾਹਿਬ ਨੇ ਮਲਟੀਨੈਸ਼ਨਲਸ ਨੂੰ ਬੁਲਾਇਆ ਕਿ ਵੀ ਮੇਰੇ ਮੁਲਕ 'ਚ ਆਓ, ਸੋਲਰਾਈਜੇਸ਼ਨ ਕਰੀਏ, ਸੋਲਰ ਪਲਾਂਟ ਲਾਓ। ਬਹੁਤ ਲੋਕ ਆਏ। ਰਾਈਟ ਸਟੈਪ ਇਨ ਦੀ ਰਾਈਟ ਡਾਇਰੈਕਸ਼ਨ। ਮੈਂ ਲਿਖੀ ਹੈ ਚਿੱਠੀ, ਪੜ੍ਹ ਲਿਓ। ਫਿਰ ਉਹਨਾਂ ਨੇ, ਮੈਂ 15 ਦੇ ਵਿੱਚ ਕਿਹਾ, ਮੈਂ ਕਿਹਾ ਯਾਰ ਤੂੰ ਇਕੱਲਾ ਹੀ ਅਕਲਮੰਦ ਨਹੀਂ, ਕੋਈ ਹੋਰ ਇਹ ਕੰਮ ਕਰਾ ਦੂਗਾ। ਲੇਕਿਨ ਅਫਸੋਸ ਹੈ ਕਿ ਹਾਲੇ ਤੱਕ ਹੋਇਆ ਨਹੀਂ। ਉਹਦੇ ਬਾਅਦ ਮੈਂ ਮੋਦੀ ਸਾਹਿਬ ਨੂੰ ਚਿੱਠੀ ਲਿਖੀ ਕਿ ਮੋਦੀ ਸਾਹਿਬ, ਪੰਜਾਬ ਹੀ ਇੱਕ ਇਹੋ ਜਿਹਾ ਸੂਬਾ ਜਿਹਦੇ ਵਿੱਚ ਡੈਡੀਕੇਟਿਡ ਇਲੈਕਟ੍ਰਿਸਿਟੀ ਲਾਈਨ ਟੂ ਦੀ ਟਿਊਬਵੈੱਲ ਆ, ਉਹਦੇ 'ਚ ਚੋਰੀ ਰੋਕਣ ਲਈ ਕੀਤੀ ਆ। ਹਾਂਜੀ, ਅਤੇ ਉਹ ਫਰੀ ਆ ਅਤੇ ਹੋਰ ਕਿਸੇ ਸੂਬੇ 'ਚ ਸਿੱਧੀ ਲਾਈਨ ਟਿਊਬਵੈੱਲ ਨੂੰ ਨਹੀਂ ਜਾਂਦੀ। ਸੋ ਮੈਂ ਕਿਹਾ ਕਿ ਬਈ ਤੁਸੀਂ
ਸਾਡੇ ਜਿਹੜੇ ਕਿਸਾਨ ਨੇ 14,50,000 ਜਾਂ 14 ਲੱਖ ਟਿਊਬਲ, ਇਹਨਾਂ ਦੇ ਉੱਤੇ ਸੋਲਰ ਪੰਪ ਦੀ ਗੱਲ ਮੈਂ ਸੁਣਦਾ ਹੁੰਦਾ ਜਿਹਦੇ ਮੈਂ ਬੜਾ ਉਲਟਾ ਹੈ। ਸੋਲਰ ਪੰਪ ਇਜ਼ ਨਾਟ ਦੀ ਸੋਲੂਸ਼ਨ। ਆਈ ਐਮ ਟਾਕਿੰਗ ਅਬਾਊਟ ਪੈਨਲ। ਸੋਲਰ ਪੈਨਲ ਲਾਓ, ਬਿਜਲੀ ਪ੍ਰੋਡਿਊਸ ਹੋਵੇ, 88 ਦਿਨ ਕਿਸਾਨ ਯੂਜ਼ ਕਰਦਾ, 275 ਦਿਨ ਗ੍ਰਿਡ 'ਚ ਦਿਓ। 5 ਸਾਲਾਂ 'ਚ ਕਿਸਾਨ ਦੇ ਉਹ ਪੈਸੇ ਕਿਸ਼ਤ ਵਿਸ਼ਤ ਸਭ ਡੈਟ ਫਰੀ ਹੋ ਜਾਊਗਾ। ਔਰ ਪਹਿਲਾਂ ਇੱਕ ਪਾਇਲਟ ਪ੍ਰੋਜੈਕਟ ਲਾਈਏ। ਉਹ ਪਾਇਲਟ ਪ੍ਰੋਜੈਕਟ ਮੈਂ 180 ਮੋਟਰਾਂ ਦਾ ਨੱਥੂ ਚੱਲ ਸਬ ਸਟੇਸ਼ਨ ਬਣਾ ਕੇ ਆਪਣੀ ਸਰਕਾਰ 4-5 ਸਾਲ ਮੈਂ ਲਗਾਤਾਰ ਬੋਲਿਆ। ਮੇਰਾ ਫਾਈਨੈਂਸ ਮਿਨਿਸਟਰ ਹਰ ਬਜਟ 'ਚ ਕਹਿੰਦਾ ਸੀ ਰਾਣਾ ਗੁਰਜੀਤ ਸਿੰਘ ਰੌਸ਼ਨ ਦਿਮਾਗ ਨੇ ਪੈਸਾ ਪਿਓ ਦੇ ਪੁੱਤ ਨੇ ਇੱਕ ਨਹੀਂ ਦਿੱਤਾ। ਗੱਲਾਂ ਜੀ ਸਾਫ ਹਾਂਜੀ। ਉਹਨਾਂ ਨੇ ਤੇ ਹਰ ਵਾਰੀ ਇਹੀ ਗੱਲ ਸਾਹਮਣੇ ਆਈ ਸੀ ਕਿ ਖਜ਼ਾਨਾ ਖਾਲੀ ਹੈ। ਕਹਿੰਦੇ ਖਜ਼ਾਨਾ ਨਹੀਂ, ਮੇਰੇ ਲਈ ਕਦੇ ਖਜ਼ਾਨਾ ਖਾਲੀ ਨਹੀਂ ਦੱਸਿਆ। ਮੇਰੇ ਦਿਮਾਗ ਨੂੰ ਵੀ ਖਾਲੀ ਨਹੀਂ ਦੱਸਿਆ ਤੇ ਖਜ਼ਾਨੇ ਨੂੰ ਵੀ ਖਾਲੀ ਨਹੀਂ ਦੱਸਿਆ। ਲੇਕਿਨ ਡੱਕਾ ਪਿਓ ਦੇ ਪੁੱਤ ਨੇ ਤੋੜਿਆ ਨਹੀਂ। ਮੈਂ ਕੀ ਮੰਗਦਾ ਸੀਗਾ? ਮੈਂ ਤਾਂ ਭਗਵੰਤ ਮਾਨ ਸਾਹਿਬ ਨੂੰ ਵੀ ਕਹਿਣਾ, ਮੈਂ ਭਗਵੰਤ ਮਾਨ ਸਾਹਿਬ 20 ਕਰੋੜ ਰੁਪਈਆ ਬਲ ਤਾਂ 15 ਜੀ ਸਾਰ ਦੂੰਗਾ। ਨੱਥੂ ਚਹਿਲ ਸਬ ਸਟੇਸ਼ਨ ਤੇ 18 ਕਰੋੜ ਰੁਪਈਆ ਲੱਗ ਜਾਏ, 20 ਕਰੋੜ ਲੱਗ ਜਾਏ, 15 ਲੱਗ ਜਾਏ, ਸਾਰੀਆਂ ਮੋਟਰਾਂ ਆਪਾਂ ਉੱਤੇ ਕਰ ਦਈਏ ਸੋਲਰ ਪੰਪ ਤੇ। ਜੇ ਉਹ ਫੇਲ ਹੋ ਜਾਵੇ ਤੇ ਰਾਣੇ ਤੋਂ ਪਹਿਲਾਂ 18 ਕਰੋੜ ਦਾ 20 ਕਰੋੜ ਦਾ ਚੈੱਕ ਲੈ ਲਓ, ਮੈਂ ਭਰ ਦੂੰਗਾ ਪੈਸੇ। ਸਾਡੇ ਵਾਲਾ ਤਾਂ ਮੰਨਿਆ ਨਹੀਂ। ਭਗਵੰਤ ਮਾਨ ਸਾਹਿਬ ਤੁਸੀਂ ਮੰਨ ਜਾਓ, ਫਿਰ ਆਪਾਂ ਵਰਲਡ ਬੈਂਕ ਤੋਂ ਫੰਡ ਕਰਾਈਏ, ਕਿਸੇ ਤੋਂ ਫੰਡ ਕਰਾਈਏ, ਹਰ ਕਿਸਾਨ ਦਾ ਉਹ ਆਪਾਂ ਉਹਨੂੰ ਸੋਲਰਾਈਜੇਸ਼ਨ ਨਾਲ ਨੂੰ ਲਿਆਈਏ, ਪੰਜਾਬ ਨੂੰ ਸੋਲਰ ਪ੍ਰੋਡਿਊਸਿੰਗ ਸਟੇਟ ਬਣਾਈਏ, ਪੰਜਾਬ ਦਾ ਕਿਸਾਨ ਐਂਟਰਪ੍ਰੇਨਿਓਰ ਬਣੇ, ਉਹਦੀ ਆਮਦਨ ਵਧੇ। ਖੇਤੀ 'ਚ ਤਾਂ ਆਮਦਨ ਨਹੀਂ, ਚਲੋ ਬਿਜਲੀ ਪੈਦਾ ਕਰਕੇ ਆਮਦਨ ਵਧਾ ਲੈ। ਸੋ ਇਹ ਮੇਰੀ ਸੋਚ ਆ ਜਿਹੜੀ ਸਾਡੇ ਰੋਸ਼ਨ ਦਿਮਾਗ ਸਾਹਿਬ ਤਾਂ ਕਰਕੇ ਕੰਮ ਸਾਡਾ ਚਲੇ ਗਏ। ਹਾਂਜੀ। ਅਤੇ ਮੈਂ ਚਾਹਾਂਗਾ ਕਿ ਮੋਦੀ ਸਾਹਿਬ ਜਿੱਥੇ ਤੁਸੀਂ ਸੋਲਰ ਵੱਡੇ ਵੱਡੇ ਗਰੁੱਪਾਂ ਨੂੰ ਕੀਤਾ, ਸਨ ਆਫ ਦੀ ਸੋਇਲ ਦੀ ਫਾਰਮਰ, ਉਹਨੂੰ ਕਿਵੇਂ ਉਦਯੋਗਪਤੀ ਤੁਸੀਂ ਬਣਾਉਣਾ, ਇਹਦੀ ਗੱਲ ਆਪਾਂ ਕਰੀਏ। ਔਰ ਪੰਜਾਬ ਦਿਨੇ ਕੰਜ਼ੰਪਸ਼ਨ ਸਾਡੀ 16,000 ਮੈਗਾਵਾਟ ਹੁੰਦੀ ਆ ਔਰ ਰਾਤ ਨੂੰ ਸਾਡੀ ਕੰਜ਼ੰਪਸ਼ਨ 9,000 ਮੈਗਾਵਾਟ ਹੁੰਦੀ ਹੈ। ਡਿਫਰੈਂਸ 6-7 ਮੈਗਾਵਾਟ ਦਾ ਹੁੰਦਾ ਜੀ। ਹਾਂਜੀ। ਜੇ ਅਸੀਂ ਸਾਰੇ ਪਾਵਰ ਪ੍ਰੋਜੈਕਟਸ ਦੀ ਗੱਲ ਕਰੀਏ ਜਿਹੜੇ ਬੜੇ ਚਰਚਾ ਰਚ ਰਹੇ ਆ, ਗਲਤ ਐਗਰੀਮੈਂਟ ਹੋਏ ਆ, ਕੋਈ 10 ਸਾਲ ਹੋ ਗਏ, ਕੋਈ 12-13 ਸਾਲ ਹੋ ਗਏ, 25 ਸਾਲਾਂ ਨੂੰ ਇਹ ਖਤਮ ਹੋ ਜਾਣਾ। ਔਰ ਓਵਰਨਾਈਟ ਤਾਂ ਪੰਜਾਬ ਨੇ ਸੋਲਰ ਸਾਰਿਆਂ ਨੇ ਲਾ ਨਹੀਂ ਲੈਣੇ। ਸੋ ਆਪਾਂ ਕੰਮ ਕਰਨ ਚੱਲੀਏ ਇਸ ਦਿਸ਼ਾ 'ਚ। ਇਹ ਐਗਰੀਮੈਂਟ ਖਤਮ ਹੋ ਜਾਣੇ ਆ। 2.25 ਰੁਪਈਏ ਤੇ ਆਪਾਂ ਬਿਜਲੀ ਲਿਆ ਕਰਨੀ ਆ, ਕਲੀਨ ਐਨਰਜੀ ਹੋਊਗੀ। ਔਰ ਆਉਣ ਵਾਲਾ ਜਿਹੜਾ ਯੁੱਗ ਆ, ਕਾਰਾਂ ਹੋਣ, ਮੋਟਰਸਾਈਕਲ ਹੋਣ, ਟਰੈਕਟਰ ਹੋਣ, ਇਹ ਸਾਰੇ ਬਿਜਲੀ 'ਤੇ ਚੱਲਣੇ ਅਤੇ ਕਿਸਾਨ ਖੁਸ਼ਹਾਲ ਹੋਊਗਾ। ਮੇਰੀ ਤਾਂ ਇਹ ਫਰਿਆਦ ਹੈ। ਅਤੇ ਰਹੀ ਗੱਲ ਜਿੰਨੇ ਵੀ ਜਿਹੜੀ ਪਾਰਟੀ ਦੇ ਮਰਜ਼ੀ। ਉਹ ਹਰੀਹਰ ਪੁੱਤਰ तेरी उम्र कितनी है? मेरी उम्र 60 साल से ऊपर होगी। 60 साल। तो तुम कहाँ काम कर, कहाँ आया था मेरे पास? मैं 79 में आया था वहाँ बाजपुर। बाजपुर कहाँ है? बाजपुर उत्तराखंड में। उत्तराखंड में क्या करता है तुम? मैं वहाँ फार्म मैनेजर हूँ। पहले मैं शुरू में आया था तो उस समय हमें लैंग्वेज समझ में नहीं आती। मैं रहने वाले मैं पूर्वांचल गोरखपुर का हूँ। तो साहब लोगों ने कहने का मतलब वहाँ लीज पे लेके गवर्नमेंट की ज़मीन 5-5 हज़ार एकड़ खेती किया करते थे। तो हम भी आके वहाँ खेती करना शुरू कर दिए। तो वहाँ पर कहने का मतलब कोई भी A to Z खेती, सोयाबीन, मक्का, चना, मटर, मसूर, गेहूँ, धान और उसके बाद फार्म हाउस पे गन्ना, कोई भी खेती थी, सारी खेती का नॉलेज हम लोगों को सिखाया। राणा साहब की माता जी थी, वो बहुत ज़्यादा नॉलेज की थी और हम लोग सारी खेती करना सीख लिए। सिर्फ ये है कि कौन से टाइम पे कौन सी फसल बोनी है, कौन सी मिट्टी चाहिए, कितने टेम्परेचर पे बोनी है, कौन सा बीज कौन सा बोना है, कहाँ। तो हाँ, पंतनगर यूनिवर्सिटी हुआ करती है, गोविंद बल्लभ पंत कृषि और प्रौद्योगिकी विश्वविद्यालय, वहाँ से हम बीज उन्नतशील बीज ले आया करते थे। और फिर बीज ले आकर फिर उन्हीं को बीज वापस लौटा दिया करते थे। फिर हमने भी अपना सीड प्लांट लगा दिया राणा सीड के नाम से। तो हम भी अपना बीज बनाते हैं मटर का, गेहूँ का। ਸੋ ਮਤਲਬ ਤੁਹਾਡੀ ਇੱਕ ਹਿਸਾਬ ਦੀ ਪੂਰੀ ਜੋ ਹਿਸਟਰੀ ਹੈ ਖੇਤੀਬਾੜੀ ਦੀ ਰਹੇਗੀ ਜੀ। ਨਹੀਂ, ਮੇਰੀ ਉਮਰ ਦੀ ਖੇਤੀ ਹੈ ਜੀ। ਮੈਂ ਕਿਸਾਨ ਦਾ ਪੁੱਤ ਪੈਦਾ ਹੋਇਆ, ਜਿਹਦੀਆਂ ਰਗਾਂ 'ਚ ਉਹ ਖੂਨ ਵੀ ਦੌੜਦਾ
ਜੱਟ ਦਾ ਖੂਨ ਤਾਂ ਸਾਰਿਆਂ ਦਾ ਹੁੰਦਾ ਹੋਊਗਾ, ਲੇਕਿਨ ਖੇਤੀ ਕੋਈ ਕੋਈ ਕਰਦਾ ਹੋਊਗਾ ਨਾ, ਸਾਰਿਆਂ ਦੀ ਜ਼ਮੀਨ ਠੇਕੇ ਤੇ ਆ। ਤੂੰ ਉੱਥੇ ਰਹਿਣਾ, ਮੈਂ ਫੋਨ ਤੇ ਪੁੱਛਦਾ ਨਾ ਤੈਨੂੰ हाँ जी ਕਿ ਬਤਾ ਸਾਰੀ ਯਾਰ ਆ ਖੇਤ ਚ ਲਾ ਵੀਡੀਓ ਇਹਦੀ, बिल्कुल। ਫਿਰ ਮੈਂ ਇਹਨੂੰ ਕਹਿਣਾ ਪਾਣੀ ਲਾਉਣ ਵਾਲਾ, ਇਹਨੂੰ ਪਾਣੀ ਨਾ ਲਾਈ, ਹਲੇ ਇਹਨੂੰ ਤਬਾਹ ਕਰ। ਮੈਂ ਫੋਨ ਤੇ ਖੇਤੀ ਕਰਦਾ। एग्रीकल्चर में कहने का मतलब ਤੇ ਯਾਰ ਮੈਨੂੰ ਹੁਣ ਤੁਸੀਂ ਮੁੱਖ ਮੰਤਰੀ ਹੋ ਜਾਣਾ ਇੱਕ ਗੱਲ ਆ, ਖੇਤੀ ਮਾਹਰ ਹੋਣਾ ਹੋਰ ਗੱਲ ਆ। ਮੈਂ ਤਾਂ ਯਾਰ ਡੰਗਰਾਂ ਨਾਲ ਮੁਹੱਬਤ ਕਰਦਾ। ਸੋ ਮੇਰਾ ਕਹਿਣ ਦਾ ਮਤਲਬ ਆ ਕਿ ਖੇਤੀਬਾੜੀ ਦੀ ਗੱਲ ਤੁਸੀਂ ਮੇਰੀ ਕਿਸੇ ਯੂਨੀਵਰਸਿਟੀ 'ਚ ਭਾਸ਼ਣ ਦਵਾ ਦਿਓ, ਸਾਇੰਟਿਸਟਾਂ ਨਾਲ ਗੱਲ ਕਰਾ ਦਿਓ, ਮਾਹਰਾਂ ਨਾਲ ਗੱਲ ਕਰਾ ਦਿਓ। ਜੇ ਮੈਂ ਗਲਤ ਗੱਲ ਕਰਾਂ ਤਾਂ ਨੀਵੀਂ ਜਗ੍ਹਾ ਪੈ ਜਾਣਾ। ਤੁਸੀਂ ਸ਼ੁਰੂ ਇੱਕ ਗੱਲ ਕੀਤੀ ਕਿ ਜਿਹੜਾ ਪਿਛਲੇ ਜਨਵਰੀ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ 'ਚ ਆਉਣਾ ਸੀਗਾ, ਕੁਝ ਕਾਰਨਾਂ ਕਰਕੇ ਜਿਹੜਾ ਉਹ ਚੀਜ਼ ਨਹੀਂ ਹੋ ਪਈਆਂ, ਡਿਲੇ ਹੋ ਗਿਆ। DSR ਦੀ ਕਲੈਰਿਟੀ ਹੋ ਗਈ ਕਿ ਕੰਮ ਕਿਹਨੇ ਕੀਤਾ ਸੀ, ਹੋ ਗਈ ਕਿ ਨਹੀਂ? ਚਲੋ ਠੀਕ ਹੈ, ਮੈਂ ਉਹਦੇ 'ਚ ਆ ਰਿਹਾ, ਹੁਣ ਦੂਜੇ ਪਾਸੇ ਆ ਰਿਹਾ ਕਿ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ, ਚਲੋ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਜਿਹੜੇ ਜਨਵਰੀ 'ਚ ਆਉਣ ਵਾਲੇ ਸੀਗੇ। वहाँ पे राणा ग्रुप की जो खेती है वो एक यूनिवर्सिटी, एग्रीकल्चर यूनिवर्सिटी के बच्चे जो PhD कर रहे हैं ना, वो भी आते हैं। वहाँ से प्रोफेसर लोग भेज देते हैं कि जाओ राणा फार्म में सीख के आओ। कुछ बच्चे ऐसे हैं कि अब वो नहीं जानते, पढ़े तो बहुत, गूंदे नहीं हैं। जैसे मान लीजिए आपसे कोई पूछ दे कि डाई काट मोनोकाट का मतलब समझो, एक दो दाली फसल होता है, एक दाली फसल, दो ही फसल होते हैं। अब इसमें किसी ने पूछ, जैसे मान लीजिए मटर है, चना है, मसूर है, और ये सब दो दाल में आ गई, मक्का, गेहूँ, धान, ये एक दाल में है। अगर आपसे कोई पूछ दे आलू कौन से दाल में आएगा, तो आप बता नहीं। अब पंतनगर के बच्चे पढ़े तो हैं, लेकिन आलू को नहीं बता पाएंगे। वो तो कहेंगे जी वो तो गोल है, वो दो दाल हो नहीं पाएगा। अदरक को पूछ दे, हल्दी को पूछ दे, लहसुन को पूछ दे, प्याज को पूछे दे, तो वो नहीं बता पाएगा कि एक दाली है कि दो दाली है। सिर्फ यहाँ राणा फार्म में कि भाई पत्ते को उसकी जड़ से पहचान करो कि ये जो झकड़ादार रूट, एक मूसलाधार रूट, उससे पहचान हो जाती कि ये दो दाली फसल है कि एक दाली फसल। ये सब पूछना ना, तुम पूछना जो हमारे मैनेजर साहब बता। ਚਲੋ ਇੰਟਰਵਿਊ ਵਾਪਸ ਆਉਂਦੇ ਆ। ਇਸ ਤੋਂ ਪਹਿਲਾਂ ਅੱਗੇ ਵਾਸਤੇ ਖੇਤੀਬਾੜੀ ਦੇ ਮਾਮਲੇ ਦੇ ਵਿੱਚ ਮੇਰੇ ਸਾਹਮਣੇ ਕਿਸੇ ਪੋਲੀਟੀਕਲ ਬੰਦੇ ਦਾ ਨਾਂ ਨਹੀਂ ਲੈਣਾ। ਠੀਕ ਹੈ ਜੀ। कोई भी नई खेती है इंडिया में आती है। ਇਹ ਨਾਲ ਚੱਲੇ ਨਾ ਡਰ। ਸੋ ਰਾਣਾ ਸਾਹਿਬ, ਇੱਕ ਸਵਾਲ ਜ਼ਰੂਰ ਸਾਹਮਣੇ ਆਉਂਦਾ ਕਿਉਂਕਿ ਪ੍ਰਧਾਨ ਮੰਤਰੀ ਇੱਕ ਵਾਰ ਫੇਰ ਹੁਣ ਦੌਰੇ ਤੇ ਆ ਰਹੇ ਨੇ। ਇਸ ਤੋਂ ਪਹਿਲਾਂ ਜਦੋਂ 6 ਮਹੀਨੇ ਪਹਿਲਾਂ ਤੁਸੀਂ ਜ਼ਿਕਰ ਕੀਤਾ ਕਿ ਕੁਝ ਪ੍ਰੋਜੈਕਟ ਜਿਹੜੇ ਉਹ ਰਹਿ ਗਏ ਸੀਗੇ, ਜਿਹੜੇ 6 ਮਹੀਨੇ ਡਿਲੇ ਹੋ ਗਏ, ਕੀ ਉਸ ਦਾ ਤੁਸੀਂ ਜਿਹੜਾ ਡਿਲੇ ਹੋਣ ਦਾ ਸਭ ਤੋਂ ਵੱਡਾ ਕਾਰਨ ਪਹਿਲੇ ਕਿਹਨੂੰ ਮੰਨਦੇ? ਕਿਉਂਕਿ ਲਾਅ ਐਂਡ ਆਰਡਰ ਇੱਕ ਵੱਡਾ ਕਾਰਨ ਦੱਸਿਆ ਗਿਆ ਸੀ, ਤੇ ਅੱਜ ਦੀ ਡੇਟ ਵਿੱਚ ਵੀ ਕਿਤੇ ਨਾ ਕਿਤੇ ਆਪੋਜੀਸ਼ਨ ਮੌਜੂਦਾ ਸਰਕਾਰ ਨੂੰ ਲਾਅ ਐਂਡ ਆਰਡਰ ਤੇ ਜ਼ਰੂਰ ਘੇਰਦੀ ਨਜ਼ਰ ਆਉਂਦੀ ਹੈ। ਲੱਗਦਾ ਕਿ ਇਸ ਵਾਰ ਜਿਹੜੇ ਉਹ ਅਨਾਉਂਸਮੈਂਟਸ ਜਿਹੜੀਆਂ ਪਹਿਲੇ ਰਹਿ ਗਈਆਂ ਸੀਗੀਆਂ, ਖਾਸ ਕਰਕੇ ਤੁਹਾਡੀਆਂ ਵੀ ਹੁਣ ਉਹ ਡਿਮਾਂਡ ਨੇ, ਪੰਜਾਬ ਲਈ ਡਿਮਾਂਡਸ ਨੇ, ਉਹ ਐਤਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਤੇ ਨਾ ਕਿਤੇ ਉਸ ਦੇ ਉੱਤੇ ਜਿਹੜਾ ਬੂਟਾ ਲਾਉਣਗੇ ਕਿ ਹਾਂ ਵੀ ਉਸ ਚੀਜ਼ ਨੂੰ ਪੂਰਾ ਕੀਤਾ ਜਾਵੇ। ਦੇਖੋ, ਰਾਣਾ ਗੁਰਜੀਤ ਸਿੰਘ, ਭਗਵੰਤ ਮਾਨ ਮੁੱਖ ਮੰਤਰੀ ਉਹਦੀ ਪੂਰੀ ਇੱਜ਼ਤ ਕਰਦਾ। ਮੇਰੇ ਮੁਲਕ ਦਾ ਪ੍ਰਧਾਨ ਮੰਤਰੀ ਆਵੇ, ਰਾਣਾ ਕੋਈ ਆਪਣੇ ਮੂੰਹ ਚੋਂ ਇਹੋ ਜਿਹੀ ਗੱਲ ਨਹੀਂ ਕੱਢੇਗਾ ਜਿਹੜੀ ਉਹਦੀ ਸ਼ਾਨ ਦੇ ਖਿਲਾਫ ਹੋਵੇ। ਮੁਲਕ ਬਹੁਤ ਵੱਡੀ ਚੀਜ਼ ਹੁੰਦਾ, ਸੂਬਾ ਬੜੀ ਵੱਡੀ ਚੀਜ਼ ਹੁੰਦਾ ਜੀ। ਮੁੱਖ ਮੰਤਰੀ ਆਉਂਦੇ, ਮੁੱਖ ਮੰਤਰੀ ਜਾਂਦੇ ਆ, ਪ੍ਰਧਾਨ ਮੰਤਰੀ ਵੀ ਬਦਲਦੇ ਦੇਖੇ ਆ, ਆਪਾਂ ਪਾਰਲੀਮੈਂਟ 'ਚ ਵੀ ਰਹੇ ਆ, ਅਸੈਂਬਲੀ 'ਚ ਵੀ ਰਹੇ ਆ ਜੀ। ਲੇਕਿਨ ਜੇ ਕੋਈ ਚੈਲੰਜ ਕਰ ਦੇਵੇ ਤਾਂ ਫਿਰ ਤਾਂ ਗੁੱਸਾ ਆ ਜਾਏ, ਤਾਂ ਗੱਲ ਹੋ ਰਿਹਾ। ਲੇਕਿਨ ਪ੍ਰਧਾਨ ਮੰਤਰੀ ਤੋਂ ਤਾਂ ਅਸੀਂ ਡਿਮਾਂਡ ਹੀ ਕਰ ਸਕਦੇ ਹਾਂ ਪੰਜਾਬ ਦੇ ਹਿੱਤ 'ਚ। ਔਰ ਐਗਰੀਕਲਚਰ, ਹਾਲੇ ਤਾਂ ਮੈਂ ਗਾਈਆਂ 'ਤੇ ਨਹੀਂ ਆਇਆ, ਮੱਝਾਂ 'ਤੇ, ਡੇਅਰੀ 'ਤੇ ਨਹੀਂ ਆਇਆ। ਬੜੇ ਸਬਜੈਕਟ ਨੇ, ਡੀਪਲੀ ਵਾਟਰ ਟੇਬਲ, ਤੁਸੀਂ ਬਿਜਲੀ ਦੀ ਗੱਲ ਕਰ ਲਓ, ਤੁਸੀਂ ਇੰਡਸਟਰੀ ਦੀ ਗੱਲ ਕਰ ਲਓ। ਮੈਂ ਕਹਾਂ ਮੈਨੂੰ ਹੀ ਪਤਾ ਯਾਰ, ਮੇਰਾ ਇੱਕ ਆਈਡੀਆ ਆ ਜੀ, ਇਸ ਆਈਡੀਆ ਨੂੰ ਭਗਵੰਤ ਮਾਨ ਜੀ ਆਪਣੇ ਐਕਸਪਰਟ ਬਿਠਾਉਣ ਅਤੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ, ਇਹਨੂੰ ਹੋਰ ਐਕਸਪੈਂਡ ਕਰ ਲਓ। ਮੈਨੂੰ ਕੋਈ ਤਕਲੀਫ ਥੋੜ੍ਹੀ ਨਾ, ਪੰਜਾਬ ਦਾ ਫਾਇਦਾ ਹੋਣਾ ਚਾਹੀਦਾ। ਜੇ ਭਗਵੰਤ ਮਾਨ ਮੁੱਖ ਮੰਤਰੀ ਆ ਤੇ ਗੱਲ ਤਾਂ ਇਹ ਨਹੀਂ ਕਰਨੀ ਆ, ਰਾਣੇ ਗੁਰਜੀਤ ਨੇ ਤਾਂ ਜਾ ਕੇ ਕਰਨੀ ਨਹੀਂ। ਹੁਣ ਮੈਨੂੰ ਤਾਂ ਲੱਗੇ ਨਹੀਂ ਕਿਸੇ ਨੇ ਫਟਣ ਨਹੀਂ ਦੇਣਾ। ਚਿੱਠੀ ਅੱਜ ਅਸੀਂ ਫਿਰ ਕੱਢ ਦੇਣੀ ਇੱਕ, ਇਹ ਇੱਦਾਂ ਭਗਵੰਤ ਮਾਨ ਜੀ ਨੂੰ ਵੀ ਕੱਢਾਂਗੇ, ਕਿਵੇਂ ਪ੍ਰਧਾਨ ਮੰਤਰੀ ਆ ਰਿਹਾ, ਗੱਲਬਾਤ ਕਰ ਲਓ ਇਹਨਾਂ ਕੋਈ ਨਾ ਕੋਈ, ਹੁਣੇ ਕੱਢ ਰਹੇ ਹਾਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਰਾਣਾ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਬਹੁਤ ਬਹੁਤ ਸੋ ਇਸ ਨਾਲ ਨਾਲ ਕਪੂਰਥਲਾ ਦੇ MLA ਰਾਣਾ ਗੁਰਜੀਤ ਸਿੰਘ, ਜੋ ਕਿ ਇਸ ਵਕਤ ਜੋ ਮੁੱਦੇ ਨੇ ਪੰਜਾਬ ਦੇ, ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਦੇ ਨਾਲ ਜੋ ਕੁਝ ਮੰਗਾਂ ਰੱਖੀਆਂ ਨੇ, ਜਿਨ੍ਹਾਂ ਵਿੱਚ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਜਿਹੜਾ ਕਿਸਾਨ ਹੈ
ਉਸ ਦੀ ਵੱਧ ਫੁੱਲਣ ਦੇ ਲਈ ਜਿਹੜੀ ਹੈ ਕੁਝ ਨਿਰਮਾਣ ਰੱਖੀਆਂ ਨੇ ਤੇ ਨਾਲ ਨਾਲ ਪੰਜਾਬ ਦੀ ਬਿਹਤਰੀ ਲਈ ਜਿਹੜੀ ਨਿਰਮਾਣ ਰੱਖੀਆਂ ਨੇ। ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਬਿਜਲੀ ਦੇ ਨਵੇਂ ਜਿਹੜੇ ਰੋਲ ਨੇ ਉਹਨਾਂ ਦੇ ਉੱਤੇ ਗੱਲ ਕੀਤੀ, ਖਾਸ ਕਰਕੇ ਜਿਹੜੀਆਂ ਮੋਟਰਾਂ ਲੱਗੀਆਂ ਹੋਈਆਂ ਨੇ ਜੋ ਕਿ ਖੇਤੀਬਾੜੀ 'ਚ ਕੰਮ ਆਉਂਦੀਆਂ ਨੇ ਉਹਨਾਂ ਨੂੰ ਜਿਹੜਾ ਹੈ ਸੋਲਰ ਪੈਨਲਸ ਰਾਹੀਂ ਚਲਾਉਣ ਦੀ ਜਿਹੜੀ ਗੱਲਬਾਤ ਆਖੀ ਆ। ਕੈਮਰਾ ਪਰਸਨ ਪ੍ਰਵੀਨ ਦੇ ਨਾਲ ਸਾਜਨ ਰੋਲਾ, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।